ਕਰਨਗੇ। ਮੈਂ ਇਸ ਤੋਂ ਪਹਿਲਾਂ ਕਿ ਸਰਦਾਰ ਬਿਕਰਮ ਸਿੰਘ ਬਰਿਆਲ ਹੋਣਾ ਨੂੰ ਬੇਨਤੀ ਕਰਾਂ ਬੋਲਣ ਦੇ ਲਈ, ਮੈਂ ਸਾਰਿਆਂ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਚਾਹੂੰਗਾ ਕਿ ਧੰਨਵਾਦ ਤੁਹਾਡਾ ਸਾਰਿਆਂ ਦਾ। ਸਾਡਾ ਸੈਮੀਨਾਰ ਦਾ ਹੁਣ ਸਿਰਫ 17 ਕੁ ਮਿੰਟ ਦਾ ਵਕਤ ਬਾਕੀ ਰਹਿ ਗਿਆ ਤੇ ਤੁਸੀਂ ਸਾਰੇ ਬੜੇ ਨੀਝ ਦੇ ਨਾਲ ਜੁੜੇ ਹੋਏ ਹੋ, ਬੜੇ ਧਿਆਨ ਦੇ ਨਾਲ ਸੁਣ ਰਹੇ ਹੋ। ਇਸ ਗੱਲ ਦਾ ਅਸੀਂ ਸਾਰੇ ਨਿਊਜ਼ੀਲੈਂਡ ਕਾਉਂਸਲ ਆਫ ਸਿੱਖ ਅਫੇਅਰ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਹੁਣ ਅਗਲੇ 17 ਮਿੰਟ ਵੀ ਅਸੀਂ ਇਸੇ ਤਰ੍ਹਾਂ ਹੀ ਨਾਲ ਜੁੜੇ ਰਵਾਂਗੇ। ਬਿਕਰਮ ਸਿੰਘ ਜੀ ਨੂੰ ਮੈਂ ਇੱਕ ਇਹ ਵੀ ਬੇਨਤੀ ਕਰਨੀ ਚਾਹੂੰਗਾ ਕਿ ਕਿਉਂਕਿ ਉਹਨਾਂ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਬਹੁਤ ਮਿਲਾਪ ਵੀ ਹੈ ਤੇ ਸਰਦਾਰ ਸਰਬਜੀਤ ਸਿੰਘ ਉਹਨਾਂ ਨੇ ਕੁਝ ਪੈਰਵਾਈ ਵਾਲੀਆਂ ਗੱਲਾਂ ਵੀ ਕੀਤੀਆਂ ਨੇ, ਇਹਦੇ ਬਾਰੇ ਵੀ ਜੇ ਉਹ ਦੋ ਸ਼ਬਦ ਕਹਿਣਾ ਚਾਹਣ ਤਾਂ ਜ਼ਰੂਰ ਸਾਂਝੇ ਕਰਨਾ ਜੀ। ਧੰਨਵਾਦ ਜੀ। ਬਿਕਰਮ ਸਿੰਘ। जितने भी ਸਰੋਤਾ ਤੇ ਪਾਰਟਿਸਿਪੈਂਟਸ ਮੌਜੂਦ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਜਿਤਨਾ ਵੀ ਫੀਡ ਸੀ ਉਹ ਸਾਰੇ ਦਾ ਸਾਰਾ ਸਬਰਾ ਸਾਹਿਬ ਨੇ ਔਰ ਸਰਦਾਰ ਸਰਬਜੀਤ ਸਿੰਘ ਹੋਰਾਂ ਨੇ ਕਵਰ ਕਰ ਚੁੱਕੇ ਆਲਮੋਸਟ। ਐਸਾ ਕੁਝ ਬਹੁਤ ਲੰਮੀ ਚੀਜ਼ ਨਹੀਂ ਬਚਦੀ, ਪਰ ਇੱਕ ਕੁਝ ਚੀਜ਼ਾਂ ਜਿਹੜੀਆਂ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਬਾਲੇ ਵਾਲੀ ਸਾਖੀ ਦੇ ਨਾਲ ਜੋੜਿਆ ਜਾਂਦਾ ਹੈਗਾ ਗੁਰਪੁਰਬ ਕੱਤਕ ਨੂੰ। ਲੇਕਿਨ ਤੁਸੀਂ ਇੱਕ ਗੱਲ ਅਸਲ ਲਾਈਫ 'ਚ ਮਹਿਸੂਸ ਕਰਦੇ ਹੋਗੇ ਕਿ ਇਹਦਾ ਕੋਈ ਬਹੁਤ ਜ਼ਿਆਦਾ ਅਹਿਮੀਅਤ ਇਸ ਵੇਲੇ ਕਿਸੇ ਵੀ ਗੁਰੂ ਘਰ 'ਚ ਜਾਂ ਪ੍ਰਬੰਧਕਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਔਰ ਬਾਲੇ ਵਾਲੀ ਸਾਖੀ 'ਚ ਜੋ ਕੱਤਕ ਲਿਖਿਆ ਹੈ ਉਸ ਤੋਂ ਉਹ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਅੰਗਦ ਸਾਹਿਬ ਦੇ ਸਮੇਂ ਲਿਖੀ ਹੋਈ ਹੈ। ਲੇਕਿਨ ਇਸ ਤੋਂ ਬਾਅਦ ਪੁਰਾਤਨ ਸਾਖੀ ਹੈ, ਮਹਿਮਾ ਪ੍ਰਕਾਸ਼ ਹੈ, ਵੈਰੋਵਾਲ ਵਾਲੀ ਸਾਖੀ ਹੈ ਔਰ ਭਾਈ ਮਨੀ ਸਿੰਘ ਵਾਲੀ ਸਾਖੀ, ਇਹਨਾਂ ਸਭ 'ਚ ਬੈਸਾਖ ਦਿੱਤਾ ਹੈ। ਅਗਰ ਉਹ ਸਾਖੀ ਗੁਰੂ ਅੰਗਦ ਸਾਹਿਬ ਦੇ ਸਮੇਂ ਲਿਖੀ ਹੁੰਦੀ ਤਾਂ ਇਹਨਾਂ ਨੂੰ ਬਾਅਦ ਵਿੱਚ ਉਸ ਸੋਧ ਕਰਕੇ ਤੇ ਬੈਸਾਖ ਲਿਖਣ ਦੀ ਲੋੜ ਨਾ ਪੈਂਦੀ। ਅਸਲ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਸਿੱਖ ਬੈਸਾਖ 'ਚ ਕਿਉਂ ਮਨਾ ਰਹੇ ਹੈ, ਕੱਤਕ 'ਚ ਕਿਉਂ ਮਨਾ ਰਹੇ, ਬੈਸਾਖ 'ਚ ਕਿਉਂ ਨਹੀਂ ਮਨਾ ਰਹੇ, ਤਾਂ ਇਸ 'ਚ ਚਾਰ ਧਿਰਾਂ ਨਿਕਲਦੀਆਂ। ਇੱਕ ਧਿਰ ਤਾਂ ਉਹ ਹੈ ਜਿਨ੍ਹਾਂ ਨੂੰ ਕਿ ਖਗੋਲ ਦਾ ਔਰ ਭੂਗੋਲ ਦਾ ਬਹੁਤ ਗਿਆਨ ਹੈ, ਜਿਨ੍ਹਾਂ ਕਿ ਸਰਦਾਰ ਪੂਰੇਵਾਲ ਸਾਹਿਬ ਹੈ, ਸਰਬਜੀਤ ਸਿੰਘ ਹੋਰਾਂ ਹੈ ਜਾਂ ਉਹਨਾਂ ਦੇ ਨਾਲ ਕੁਝ ਹੋਰ ਲੋਕ ਹੈ ਜੋ ਪੂਰੀ ਤਰ੍ਹਾਂ ਸਹਿਮਤ ਹੈ। ਇੱਕ ਗਰੁੱਪ ਇਹ ਹੈ। ਦੂਸਰਾ ਗਰੁੱਪ ਉਹ ਹੈ ਜੋ ਜਾਣਦਾ ਹੈ ਕਿ ਬਸ ਜਨਮ ਤਾਂ ਵਿਸਾਖ ਦਾ ਹੈ, ਲੇਕਿਨ ਉਹ ਆਪਣੇ ਜਾਤੀ ਜਾਂ ਨਿੱਜੀ ਮਫਾਦ ਕਰਕੇ ਉਹ ਇਹਦੇ ਉੱਤੇ ਕੁਝ ਵੀ ਬੋਲਣਾ ਪਸੰਦ ਨਹੀਂ ਕਰਦੇ। ਤੀਜਾ ਗਰੁੱਪ ਉਹ ਹੈ ਜੋ ਇਸ ਦੀ ਖਿਲਾਫਤ ਕਰਦਾ ਔਰ ਇਹ ਮੰਨਦੇ ਹੈਗੇ ਕਿ ਸਾਨੂੰ ਕੱਤਕ ਵਿੱਚ ਹੀ ਮਨਾਉਣਾ ਚਾਹੀਦਾ। ਚੌਥਾ ਜੋ ਗਰੁੱਪ ਹੈ ਸਿੱਖਾਂ ਦਾ, ਉਹ ਬਹੁਤ ਅਹਿਮ ਗਰੁੱਪ ਹੈ, ਉਹ ਹੈ ਸਾਨੂਕੀ। ਹੁਣ ਸਾਨੂਕੀ ਦਾ ਮਤਲਬ ਹੈਗਾ ਕਿ ਉਹਨਾਂ ਨੂੰ ਅਗਰ ਪੁਰਾਤਨ ਜੋ ਚੱਲਿਆ ਆ ਰਿਹਾ ਹੈ ਅਗਰ ਉਹ ਕੈਲੰਡਰ ਮੰਨ ਦੋ ਤਾਂ ਉਹਨੂੰ ਕਹਿੰਦੇ ਠੀਕ ਹੈ ਉਦੋਂ ਮਨਾ ਲਾਂਗੇ। 2003 'ਚ ਜੋ ਲਾਗੂ ਹੋਇਆ ਉਹਨੂੰ ਕਹਿੰਦੇ ਉਹਨੂੰ ਵੀ ਮਨਾ ਲੈਣਗੇ। ਤਾਂ ਉਹ ਜਿਹੜਾ ਸਾਨੂਕੀ ਗਰੁੱਪ ਹੈ ਉਹ ਇੰਡੀਆ ਵਿੱਚ ਵੀ ਹੈ ਔਰ ਇੰਡੀਆ ਤੋਂ ਬਾਹਰ ਵੀ ਹੈ ਔਰ ਮੈਜੋਰਿਟੀ ਐਸੇ ਗਰੁੱਪ ਦੀ ਹੈ। ਸਾਨੂੰ ਇਸ ਵੇਲੇ ਲੋੜ ਹੈ ਅਵੇਅਰਨੈਸ ਕ੍ਰੀਏਟ ਕਰਕੇ ਇਸ ਗਰੁੱਪ ਨੂੰ ਟਰੈਪ ਕਰਨ ਦੀ। ਅਗਰ ਇਹ ਗਰੁੱਪ ਟਰੈਪ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਜਿਤਨੇ ਵੀ ਲੀਡਰਸ ਨੇ ਜਾਂ ਜੋ ਐਸੇ ਪੋਜੀਸ਼ਨਾਂ 'ਤੇ ਸਥਾਪਿਤ ਹੈ ਜੋ ਕਿ ਫੈਸਲੇ ਕਰਨ ਦੀ ਹਾਲਤ ਵਿੱਚ ਹੈ, ਉਹਨਾਂ ਨੂੰ ਫਿਰ ਮਜਬੂਰ ਹੋ ਕੇ ਪ੍ਰੈਸ਼ਰਾਈਜ਼ ਹੋ ਕੇ ਇਸ ਨੂੰ ਮੰਨਣਾ ਪਏਗਾ। ਬਾਕੀ ਕੱਤਕ ਵਿੱਚ ਮਨਾਉਣਾ, ਵਿਸਾਖ 'ਚ ਮਨਾਉਣਾ, ਮੈਂ ਇਹਨੂੰ ਦੂਸਰੇ ਤਰੀਕੇ ਨਾਲ ਹੋਰ ਸਟੱਡੀ ਕੀਤਾ। ਮੇਰੀ ਆਪਣੀ ਸੋਚ ਕੁਝ ਹੋਰ ਹੈ। ਉਹ ਸੋਚ ਇਹ ਹੈ ਕਿ ਹਰੀ ਰਾਮ ਗੁਪਤਾ ਨੇ 1937 ਵਿੱਚ ਸਿੱਖਾਂ ਦੇ 1735 ਤੋਂ 1765 ਦੇ ਪੀਰੀਅਡ ਦੇ ਉੱਤੇ PhD ਕੀਤੀ ਸੀ ਸੀਤਾਰਾਮ ਕੋਹਲੀ ਦੀ ਸੁਪਰਵਿਜ਼ਨ 'ਚ। ਹੁਣ ਡਾਕਟਰ ਹਰੀ ਰਾਮ ਗੁਪਤਾ ਨੇ ਜੋ ਉਸ 'ਚ PhD ਕੀਤੀ ਹੈ 1937, ਉਸ 'ਚ ਉਹਨਾਂ ਨੇ ਇੱਕ ਇਸ਼ਾਰਾ ਕੀਤਾ ਹੈ ਕਿ ਅੰਮ੍ਰਿਤਸਰ ਤੋਂ ਅਜਨਾਲੇ ਵਾਲੇ ਪਾਸੇ ਲੁਪੋਕੇ ਔਰ ਚੁਗਾਵਾਂ ਰੋਡ ਤੇ ਇੱਕ ਸਥਾਨ ਕ੍ਰੀਏਟ ਕੀਤਾ ਜਿਸ ਨੂੰ ਕਿ ਰਾਮ ਤੀਰਥ ਦਾ ਸਥਾਨ ਕਿਹਾ ਜਾਂਦਾ। ਹਰੀ ਰਾਮ ਗੁਪਤਾ ਦਾ ਇਹ ਇਸ਼ਾਰਾ ਹੈ ਕਿ ਇਹ ਜਸਪਤ ਰਾਏ ਦਾ ਖੜਾ ਕੀਤਾ ਇਹ ਸਥਾਨ ਹੈ ਔਰ ਇਹਦਾ ਮੁੱਖ ਜਿਹੜਾ ਕਾਰਨ ਸੀ ਉਹ ਸੀ ਸਿੱਖਾਂ ਹਿੰਦੂਆਂ ਨੂੰ, ਕਿਉਂਕਿ ਜੋ ਉਸ ਇਲਾਕੇ 'ਚ ਰਹੇ ਹੈ ਜਾਂ ਜਾਣਦੇ ਹੈ ਤਾਂ ਉਹ ਮਹਿਸੂਸ ਕਰਦੇ ਹੋਣਗੇ ਕਿ ਅੰਮ੍ਰਿਤਸਰ ਵਿੱਚ ਹਿੰਦੂਆਂ ਦਾ ਕੋਈ ਵੀ ਪੁਰਾਤਨ ਸਥਾਨ ਨਹੀਂ ਹੈ। ਉਹ ਸਾਰੇ ਦੇ ਸਾਰੇ ਦਰਬਾਰ ਸਾਹਿਬ ਹੀ ਜਾਂਦੇ ਸੀ ਔਰ ਕਿਉਂਕਿ ਜਸਪਤ ਰਾਏ ਦੀ ਬਹੁਤ ਵੱਡੀ ਖਿਲਾਫਤ ਕਰਦਾ ਸੀ ਤਾਂ ਇਸ ਕਰਕੇ ਉਸਨੇ ਇੱਕ ਸਥਾਨ ਕ੍ਰੀਏਟ ਕੀਤਾ ਤਾਂ ਕਿ ਹਿੰਦੂ ਦਰਬਾਰ ਸਾਹਿਬ ਜਾਣ ਤੋਂ ਹਟ ਜਾਣ। ਔਰ ਉਹ ਇੱਕ ਪੂਜਾ ਜਾਂ ਕੋਈ ਰਸਮੀ ਧਾਰਮਿਕ ਰਸਮ ਵਾਲਾ ਸਥਾਨ ਨਹੀਂ ਸੀ, ਉੱਥੇ ਜਿਵੇਂ ਪਿੰਡਾਂ ਮੇਲੇ ਲੱਗਦੇ ਆ ਇਸ ਟਾਈਪ ਦਾ ਸਥਾਨ ਸੀ। ਹਾਲਾਂਕਿ ਇਹ ਮੰਨਿਆ ਜਾਂਦਾ ਹੈ ਜਾਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਰਾਮਚੰਦਰ ਨੇ ਸੀਤਾ ਨੂੰ ਜਦੋਂ ਬਨਵਾਸ ਦਿੱਤਾ ਹੈ ਤਾਂ ਉਸ ਟਾਈਮ ਕਿ ਜੀ ਇਸ ਸਥਾਨ ਤੇ ਰਾਮਚੰਦਰ ਨੇ ਸੀਤਾ ਨੂੰ ਭਿਜਵਾਇਆ ਸੀ ਬਨਵਾਸ ਵਿੱਚ। ਲੇਕਿਨ ਰਮਾਇਣ ਅਗਰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਰਮਾਇਣ 'ਚ ਦੋ ਥਾਂ ਤੇ ਜ਼ਿਕਰ ਆਉਂਦਾ ਹੈ ਕਿ ਅਯੋਧਿਆ ਤੋਂ ਵਾਲਮੀਕ ਰਿਸ਼ੀ ਦੇ ਆਸ਼ਰਮ ਤੱਕ ਪਹੁੰਚਣ ਦੇ ਲਈ 2.5 ਦਿਨ ਦਾ ਸਮਾਂ ਰਥ ਰਾਹੀਂ ਲੱਗਦਾ ਸੀ। ਹੁਣ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਅਯੋਧਿਆ ਤੋਂ ਅੰਮ੍ਰਿਤਸਰ 2.5 ਦਿਨ 'ਚ ਨਹੀਂ ਪਹੁੰਚਿਆ ਜਾ ਸਕਦਾ।
तो वो एक फेक स्थान जो है क्रिएट किया सी ताकि हिंदू जो कम्युनिटी है वो दरबार साहब जान तो हटे। एक वाकया है तकरीबन 1820-1815 ਦੇ ਵਿੱਚ ਦਾ, ਕਿਉਂਕਿ ਗਿਆਨੀ ਸੰਤ ਸਿੰਘ ਦਰਬਾਰ ਸਾਹਿਬ ਵਿੱਚ 1790 ਤੋਂ 1832 ਤੱਕ ਉਹਨਾਂ ਦਾ ਪੀਰੀਅਡ ਹੈ ਜਿਸ ਵਿੱਚ ਕਿ ਉਹਨਾਂ ਨੇ ਦਰਬਾਰ ਸਾਹਿਬ ਹੈਡ ਗ੍ਰੰਥੀ ਤੌਰ ਤੇ ਕੰਮ ਕੀਤਾ ਗਿਆਨੀ ਸੰਤ ਸਿੰਘ ਨੇ। ਇਹ ਇਤਿਹਾਸ ਜੋ ਹੈਗਾ ਐਸੇ ਮੈਕਾਲਿਫ ਇਸ ਚੀਜ਼ ਨੂੰ ਲਿਖ ਰਿਹਾ ਹੈ ਕਿ ਗਿਆਨੀ ਸੰਤ ਸਿੰਘ ਨੇ ਇਹ ਦੇਖਦੇ ਹਾਂ ਕਿ ਉਸ ਦਿਨ जो हिंदू जो स्थान है जो राम तीर्थ स्थान है ਉਹਦੇ ਉੱਤੇ सिख भी जाने शुरू हो गए है। तो मैकालिफ ਦੇ ਮੁਤਾਬਿਕ ਹੈ ਕਿ ਗਿਆਨੀ ਸੰਤ ਸਿੰਘ ਨੇ ਪਹਿਲੀ ਵਾਰ ਇਹ ਜਿਹੜਾ ਹੈਗਾ ਇਹ ਕੱਤਕ ਵਿੱਚ ਮਨਾਉਣ ਦਾ ਉਪਰਾਲਾ ਕੀਤਾ ਤਾਂ ਕਿ ਸਿੱਖਾਂ ਨੂੰ ਉਸ ਸਥਾਨ ਤੇ ਉਸ ਦਿਨ ਜਾਣ ਤੇ ਰੋਕਿਆ ਜਾਏ, ਕਿਉਂਕਿ ਇਹ ਜੋ ਤੀਰਥ ਹੈ ਇਹ ਕੱਤਕ ਦੀ ਪੂਰਨਮਾਸੀ ਨੂੰ ਫੰਕਸ਼ਨ ਕਰਦਾ, ਅੱਜ ਵੀ ਕਰਦਾ। ਮੈਂ ਗਿਆ ਹੋਇਆ ਉੱਥੇ ਤੇ ਉੱਥੇ ਜੋ ਹੈ ਜੋ ਜਿੰਨੇ ਵੀ ਲੋਕ ਜਾਂਦੇ ਹੋ ਐਕਚੁਅਲੀ ਉਹ ਮੇਲੇ ਟਾਈਪ ਹੈ ਵੀ ਉੱਥੇ ਸਿੱਖ ਨਾ ਜਾਣ, ਉਸ ਕਰਕੇ ਉਹਨਾਂ ਨੂੰ ਰੋਕਣ ਦੇ ਲਈ ਉਸੇ ਦਿਨ ਫਿਰ ਦਰਬਾਰ ਸਾਹਿਬ 'ਚ ਇਹ ਮਨਾਉਣਾ ਸ਼ੁਰੂ ਕੀਤਾ। ਭਾਈ ਸਵਰਾਜ ਜੀ ਨੇ ਵੀ ਕਿਹਾ ਹੈ, ਮੈਂ ਵੀ ਇਸ ਗੱਲ ਨੂੰ ਮੰਨਦਾ ਕਿ ਜ਼ਿਆਦਾ ਜੋ ਗੁਰਪੁਰਬ ਦਾ ਜੋ ਰਿਵਾਜ ਹੈ ਉਹ ਮੌਜੂਦਾ ਸਮੇਂ 'ਚ ਹੈ, ਪੁਰਾਤਨ ਸਮੇਂ 'ਚ ਗੁਰਪੁਰਬ ਬਹੁਤ ਜ਼ਿਆਦਾ ਨਹੀਂ ਮਨਾਏ ਜਾਂਦੇ ਸੀ। ਹਾਂ ਭਾਈ ਗੁਰਦਾਸ ਜੀ ਦੀ ਵਾਰਾਂ 'ਚ ਇਹ ਜ਼ਰੂਰ ਲਿਖਿਆ ਹੈਗਾ ਕਿ ਬਈ ਜਾ ਕੇ ਉਹਨਾਂ ਸਿੱਖਾਂ ਨੂੰ ਮੈਂ ਕੁਰਬਾਨ ਜਿਹੜੇ ਕਿ ਗੁਰਪੁਰਬ ਮਨਾਉਂਦੇ ਆ, ਲੇਕਿਨ ਉਹ ਗੁਰਪੁਰਬ ਜਿਹੜੇ ਹੈਗੇ ਬਹੁਤ ਚੰਦ ਜਾਂ ਜਿਹੜੇ ਮੁੱਖ ਗੁਰਦੁਆਰੇ ਸੀ ਉਹਨਾਂ 'ਚ ਹੀ ਮਨਾਏ ਜਾਂਦੇ ਸੀ। ਇਸ ਕਰਕੇ ਇਹ ਜਿਹੜਾ ਗੁਰਪੁਰਬ ਹੈਗਾ ਇਹ ਕੱਤਕ ਦੀ ਪੂਰਨਮਾਸੀ ਨੂੰ ਜੋ ਸ਼ੁਰੂ ਹੋਇਆ ਹੈ ਇਹ ਗਿਆਨੀ ਸੰਤ ਸਿੰਘ ਨੇ 1815 ਔਰ 1820 ਦੇ ਵਿੱਚ ਸ਼ੁਰੂ ਕੀਤਾ ਔਰ ਇਹ ਉਸ ਤੋਂ ਲੈ ਕੇ ਇਹ ਲਗਾਤਾਰ ਦਰਬਾਰ ਸਾਹਿਬ ਵਿੱਚ ਹੀ ਸਿਰਫ ਇਹ ਮਨਾਇਆ ਜਾਂਦਾ ਰਿਹਾ, ਬਾਕੀ ਥਾਂ ਤੇ ਇਹ ਗੁਰਪੁਰਬ ਜਿਹੜਾ ਹੈਗਾ ਉਹ ਵਿਸਾਖ ਵਿੱਚ ਹੀ ਮਨਾਇਆ ਜਾਂਦਾ ਰਿਹਾ। ਇਸ ਦਾ ਇੱਕ ਸਬੂਤ ਸਭ ਤੋਂ ਵੱਡਾ ਇਹ ਹੈ ਕਿ ਨਨਕਾਣਾ ਸਾਹਿਬ ਵਿੱਚ 1925 ਦੇ ਵਿੱਚ ਪਹਿਲੀ ਵਾਰ ਕੱਤਕ ਦੇ ਵਿੱਚ ਗੁਰਪੁਰਬ ਮਨਾਇਆ ਗਿਆ ਗੁਰੂ ਨਾਨਕ ਸਾਹਿਬ ਦਾ। ਇਸ ਗੱਲ ਤੋਂ ਤੁਸੀਂ ਆਈਡੀਆ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਨਨਕਾਣਾ ਸਾਹਿਬ ਜਾਂ ਦੂਸਰੇ ਜਿਹੜੇ ਧਾਰਮਿਕ ਸਥਾਨ ਸਾਡੇ ਪੁਰਾਤਨ ਹੈਗੇ, ਤਰਨਤਾਰਨ ਸਾਹਿਬ ਹੈ ਜਾਂ ਫਿਰ ਖਡੂਰ ਸਾਹਿਬ ਜਾਂ ਜੋ ਵੀ ਗੋਇੰਦਵਾਲ ਸਾਹਿਬ, ਇੱਥੇ ਜਿੰਨੇ ਵੀ ਗੁਰਪੁਰਬ ਮਨਾਏ ਗਏ ਅਗਰ ਮਨਾਏ ਜਾਂਦੇ ਸੀ ਥਾਂ ਤੇ तो वो बैसाख ਨੂੰ ਮਨਾਏ ਜਾਂਦੇ ਸੀ। ਔਰ ਨਨਕਾਣਾ ਸਾਹਿਬ ਜੋ ਹੈ ਫॉर ਦਾ ਫਸਟ ਟਾਈਮ 1925 ਵਿੱਚ ਜੋ ਹੈਗਾ ਇਹ ਕੱਤਕ ਵਿੱਚ ਮਨਾਇਆ ਗਿਆ। ਹੁਣ ਇਹਦਾ ਕੀ ਅਰਥ ਹੈ? ਇਹਦਾ ਅਰਥ ਇਹ ਹੈ ਕਿ ਜਦੋਂ 1925 ਵਿੱਚ ਹੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਹੈ, ਤਾਂ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਹੈ ਤੇ ਇਹਨਾਂ ਦੇ ਅਖਤਿਆਰ ਹੇਠ ਜਾਂ ਇਹਨਾਂ ਦੇ ਅਧਿਕਾਰ ਜਾਂ ਇਹਨਾਂ ਦੇ ਪ੍ਰਬੰਧ ਹੇਠ ਜਿੰਨੇ ਵੀ ਗੁਰਦੁਆਰੇ ਆਏ ਉਸ ਨੂੰ ਇਹਨਾਂ ਨੇ ਇੱਕ ਯੂਨੀਫਾਰਮ ਵਿੱਚ ਲਿਆਉਣ ਦੇ ਲਈ ਜੋ ਵੀ ਇਹਨਾਂ ਦੇ ਅਧਿਕਾਰ ਖੇਤਰ ਵਿੱਚ ਗੁਰਦੁਆਰੇ ਸੀ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਕੱਤਕ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਸਿਰਫ ਦਰਬਾਰ ਸਾਹਿਬ ਵਿੱਚ ਜੋ ਹੈਗਾ ਇਹ ਕੱਤਕ ਵਿੱਚ ਮਨਾਇਆ ਜਾਂਦਾ ਸੀ ਸੰਤ ਸਿੰਘ ਗਿਆਨੀ ਦੀ ਮੌਜੂਦਗੀ ਤੋਂ ਬਾਅਦ, ਔਰ ਉਸ ਤੋਂ ਬਾਅਦ ਇਸ ਕਰਕੇ ਅਸੀਂ ਹੁਣ ਬਾਈ ਬਾਲੇ ਨੂੰ ਕਹੀਏ ਜਾਂ ਕਿਸੇ ਨੂੰ ਵੀ ਕਹੀਏ, ਲੇਕਿਨ ਇਹ ਹੈ ਕਿ ਇਸ ਕਾਰਜ ਦੇ ਲਈ ਸ਼੍ਰੋਮਣੀ ਕਮੇਟੀ ਡਾਇਰੈਕਟ ਰੂਪ ਵਿੱਚ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਇਸ ਖਲੇਰੇ ਨੂੰ ਪਾਉਣ ਦੇ ਲਈ। ਨਹੀਂ ਤਾਂ ਜਦੋਂ ਦਰਬਾਰ ਸਾਹਿਬ ਵਿੱਚ ਮਨਾਇਆ ਜਾ ਰਿਹਾ ਸੀ ਤਾਂ ਉਹਨੂੰ ਨਨਕਾਣਾ ਸਾਹਿਬ ਜਾਂ ਦੂਸਰੇ ਸਥਾਨਾਂ ਤੇ ਮਨਾਏ ਜਾਣ ਦੇ ਲਈ ਪਹਿਲੇ ਇਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਪਹਿਲੇ ਘੋਖ ਕਰਨ ਕਿ ਇਹ ਕੱਤਕ ਵਿੱਚ ਕਿਉਂ ਗਿਆ ਵਿਸਾਖ ਤੋਂ। ਤੇ ਇਹ ਇਸ ਕਰਕੇ ਇਹ ਚੀਜ਼ ਜੋ ਹੈ ਇਹ ਵਿਚਾਰ ਇਹ ਮੰਗਦੀ ਹੈ ਕਿ ਅਸੀਂ ਕੱਤਕ ਨੂੰ ਬਾਲੇ ਵਾਲੀ ਸਾਖੀ ਨਾਲ ਖਾਲੀ ਜੋੜ ਕੇ ਨਾ ਦੇਖਿਆ ਜਾਏ, ਇਸ ਚੀਜ਼ ਨੂੰ ਦੇਖਿਆ ਜਾਏ ਕਿ ਇਹ ਦਰਬਾਰ ਸਾਹਿਬ ਤੋਂ ਪਹਿਲੇ ਕੱਤਕ ਮਨਾ ਕੇ ਔਰ ਫਿਰ ਇਹ ਨਨਕਾਣਾ ਸਾਹਿਬ ਕੱਤਕ ਵਿੱਚ ਕਿਸ ਤਰ੍ਹਾਂ ਪਹੁੰਚਿਆ। ਤੇ ਬਾਕੀ ਜੋ ਵਿਚਾਰ ਸੀ ਉਹ ਬਹੁਤ ਸਾਰਾ ਡਿਟੇਲ ਵਿੱਚ ਕਰਤਾ, ਸਮਝ ਵੀ ਬਹੁਤ ਹੋ ਰਿਹਾ ਹੈ। ਤੇ ਮੈਂ ਬਸ ਇੱਥੇ ਇੰਨੀ ਕੀ ਗੱਲ ਕਹਿਣੀ ਚਾਹੂੰਗਾ ਕਿ ਇਹਦੇ ਲਈ ਸ਼੍ਰੋਮਣੀ ਕਮੇਟੀ ਨਾਲ ਹੀ ਗੱਲ ਕਰਨੀ ਬਣਦੀ ਹੈ ਕਿ ਇਹ ਤੁਸੀਂ ਜੋ ਹੈ ਖਲੇਰਾ ਪਾਇਆ ਹੈਗਾ ਕੱਤਕ ਤੇ ਵਿਸਾਖ ਦਾ, ਬਾਲੇ ਵਾਲੀ ਸਾਖੀ ਨੂੰ ਲੋਕ ਬਹੁਤ ਪਹਿਲਾਂ ਭੁੱਲ ਚੁੱਕੇ ਹੈ। ਜਿੱਥੇ ਤੱਕ ਹੈਗਾ ਕਿ ਸਾਨੂੰ ਕੀ ਜਿਹੜਾ ਗਰੁੱਪ ਹੈ ਹੁਣ ਇੰਡੀਆ ਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਵੀ ਇਹ ਸਿੱਧੇ ਤੌਰ ਤੇ ਕਿ ਜੀ ਆਰਐਸਐਸ ਦਾ ਪ੍ਰਭਾਵ ਹੇਠ ਹੈ, ਇਹ ਇਸ ਤਰੀਕੇ ਦੀ ਗੱਲਾਂ ਹੁੰਦੀਆਂ। ਹੁਣ ਤੁਸੀਂ ਦੱਸੋ ਕਿ ਨਿਊਜ਼ੀਲੈਂਡ 23 ਗੁਰਦੁਆਰੇ ਹੈ, ਇੱਥੇ ਕਿਹੜਾ ਆਰਐਸਐਸ ਰੋਕ ਰਿਹਾ ਤੁਹਾਨੂੰ? ਦੁਨੀਆ ਵਿੱਚ ਸੈਂਕੜੇ ਗੁਰਦੁਆਰੇ ਹੈਗੇ, ਕਿਧਰੇ ਵੀ ਕੋਈ ਨਹੀਂ। ਲੇਕਿਨ ਉਹ ਗਰੁੱਪ ਹੈ ਸਾਨੂੰ ਕੀ ਗਰੁੱਪ ਉਹ ਇਹ ਹੈ ਕਿ ਉਹ ਕਹਿੰਦੇ ਜਦੋਂ ਮਰਜ਼ੀ ਅਸੀਂ ਗੁਰਪੁਰਬ ਵੀ ਮਨਾਉਣਾ, ਸਾਨੂੰ ਇਹ ਤਰੀਕ ਨਾਲ ਕੋਈ ਜ਼ਿਆਦਾ ਅਹਿਮੀਅਤ ਨਹੀਂ। ਤੇ ਜੇ ਇਸ ਚੀਜ਼ ਨੂੰ ਅੱਗੇ ਅਸੀਂ ਵਿਸਾਖ ਤੱਕ ਲਿਆਉਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਇਹ ਜ਼ਰੂਰੀ ਹੈ ਕਿ ਇਹ ਸਾਨੂੰ ਕੀ ਜੋ ਗਰੁੱਪ ਹੈ ਇਸ ਨੂੰ ਟਰੈਪ ਕੀਤਾ ਜਾਵੇ। ਔਰ ਇਹ ਟਰੈਪ ਤਾਂ ਹੀ ਹੋ ਸਕਦਾ ਹੈ ਜਦੋਂ ਕਿ ਅਸੀਂ ਇਹਦੇ ਲਈ ਸੈਮੀਨਾਰ ਕਰਕੇ ਔਰ ਇਸ ਨੂੰ ਬਕਾਇਦਾ ਅਵੇਅਰਨੈਸ ਕ੍ਰੀਏਟ ਕੀਤੀ ਜਾਏ। ਮੈਂ ਤਾਂ ਬਸ ਇੰਨਾ ਹੀ ਕਹਿਣਾ ਚਾਹਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਬਿਕਰਮ ਸਿੰਘ ਜੀ, ਬਹੁਤ ਵਧੀਆ ਗੱਲਬਾਤ ਕੀਤੀ ਤੁਸੀਂ। ਬਾਲੇ ਦੀ ਜਨਮ ਸਾਖੀ ਦੇ ਨਾਲ ਇੱਕ ਆ ਜਿਹੜਾ SGPC ਵਾਲਾ ਵੀ ਇੱਕ ਨਵਾਂ ਸਰੋਤ
ਇਤਿਹਾਸ ਦਾ ਜੋੜਿਆ, ਇਹਦੇ ਤੇ ਹੋਰ ਖੋਜ ਹੋਣੀ ਚਾਹੀਦੀ ਹੈ ਔਰ ਇਹਨੂੰ ਸਥਾਪਿਤ ਕਰਨਾ ਚਾਹੀਦਾ ਕਿ ਇਹ ਵੀ ਜੇ ਗਲਤ ਰਵਾਇਤ ਚਲਾਉਣ ਦੇ ਵਿੱਚ ਇਹ ਜ਼ਿੰਮੇਦਾਰ ਸੀ ਤਾਂ ਇਹਨੂੰ ਵਾਪਸ ਗਲਤ ਰਵਾਇਤ ਨੂੰ ਵਾਪਸ ਮੋੜਨਾ ਚਾਹੀਦਾ।